ओम शांति सत श्री अकाल जी। मैं अमरजीत कौर दुआ आप जी ਦੇ ਨਾਲ ਇੱਕ ਓਂਕਾਰ ਇੱਕ ਪਰਮਾਤਮਾ ਦੀ ਪ੍ਰੋਗਰਾਮ ਵਿੱਚ ਖੁਸ਼ੀ ਨਾਲ ਪਿਆਰ ਦੇ ਨਾਲ ਆਪ ਜੀ ਨੂੰ ਮਿਲਦੇ ਹਾਂ ਤੇ ਸਵਾਗਤ ਹੈ ਸਭ ਦੀ ਜੀ ਆਇਆਂ ਨੂੰ। ਤੇ ਅਸੀਂ ਜਪਜੀ ਸਾਹਿਬ ਦੀ ਵਿਆਖਿਆ ਤੇ ਸਿਮਰਨ ਰੂਪ ਵਿੱਚ ਅੰਡਰਸਟੈਂਡਿੰਗ ਤੇ ਸਿੱਖ ਰਹੇ ਹਾਂ ਤੇ ਬਣ ਰਹੇ ਹਾਂ ਇੱਕ ਇੱਕ ਵਚਨ ਨੂੰ ਉਸਦੇ ਅਨਮੋਲ ਹਨ ਤੇ ਅਸੀਂ ਉਸ ਨੂੰ ਸਮਝ ਰਹੇ ਹਾਂ ਤੇ ਉਸ ਨੂੰ ਸਮਝਦਿਆਂ ਅਸੀਂ ਉਸ ਨੂੰ ਅਮਲ ਕਰਾਂਗੇ, ਉਸ ਨੂੰ ਜੀਵਾਂਗੇ, ਆਪਣੀ ਜ਼ਿੰਦਗੀ ਵਿੱਚ ਪਰਿਵਰਤਨ ਲਿਆਵਾਂਗੇ। ਤੇ ਜਿਹੜੀ ਗੱਲ ਗੁਰੂ ਕਹਿੰਦੇ ਨੇ ਸਾਥ ਸਾਥ ਸਿਮਰੋ ਗੋਬਿੰਦ, ਉਹ ਅਸੀਂ ਪ੍ਰੈਕਟਿਸ ਕਰ ਰਹੇ ਹਾਂ। ਤੇ ਚਲੋ ਫਿਰ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਵਾਰੀ ਅਸੀਂ ਮੂਲ ਮੰਤਰ ਨੂੰ ਜਪਾਂਗੇ ਤੇ ਜੋਤੀ ਬਿੰਦੂ ਬਣਕਰ ਜੋਤੀ ਬਿੰਦੂ ਪਰਮਾਤਮਾ ਨੂੰ, ਉਸ ਇੱਕ ਨੂੰ, ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰੀਏ ਤੇ ਮਨ ਦੇ ਤਸਵੀਰ ਦੇ ਵਿੱਚ, ਮਨ ਦੇ ਤੀਸਰਾ ਨੇਤਰ ਦੇ ਵਿੱਚ ਜੋ ਤਸਵੀਰ ਹੈ, ਜੈਸੇ ਮੈਂ ਲਾਲ ਗੁਲਾਬ ਦਾ ਫੁੱਲ ਬੋਲਨੇ ਆ ਤੇ ਤੁਹਾਡੇ ਮਨ ਦੇ ਵਿੱਚ ਲਾਲ ਗੁਲਾਬ ਦਾ ਫੁੱਲ ਮਨ ਦੇ ਵਿੱਚ ਆ ਜਾਂਦੀ ਹੈ। ਇੱਥੇ ਮੇਰੇ ਹੱਥ ਵਿੱਚ ਤੇ ਕੋਈ ਨਹੀਂ ਹੈ। ਉਹ ਸਥਾਨ ਜਿੱਥੇ ਅਸੀਂ ਲਾਲ ਗੁਲਾਬ ਦਾ ਫੁੱਲ ਟਿਕਾਉਂਦੇ ਹਾਂ ਮਨ ਦੇ ਵਿੱਚ, ਉਸ ਸਥਾਨ ਵਿੱਚ ਮੈਂ ਆਤਮਾ ਜੋਤੀ ਬਿੰਦੂ ਚਮਕਦੀ ਸਿਤਾਰਾ ਤੇ ਤੂੰ ਪਰਮਾਤਮਾ ਜੋਤੀ ਬਿੰਦੂ ਚਮਕਦੀ ਸਿਤਾਰਾ ਤੇ ਮੈਂ ਤੇ ਤੂੰ, ਅਸੀਂ ਦੋ ਜੋਤੀ ਬਿੰਦੂ ਮਿਲ ਰਹੇ ਹਾਂ, ਇੱਕ ਬਣ ਜਾਂਦੇ ਹਾਂ, ਮਤਲਬ ਇੱਕ ਹੋ ਜਾਂਦੇ ਹਾਂ। ਜਦੋਂ ਦੋ ਮਿਲਦੇ ਨੇ ਤੇ ਇੱਕ ਹੀ ਲੱਗਦਾ, ਦੋ ਬਿੰਦੀ ਇੱਕ ਦੂਜੇ ਦੇ ਉੱਤੇ ਆ ਜਾਏ ਤੇ ਉਹ ਇੱਕ ਹੀ ਲੱਗਦਾ, ਪਰ ਹੈ ਦੋ। ਇਸ ਗਿਆਨ ਦੇ ਵਿੱਚ, ਇਸ ਮਨ ਦੀ ਸੋਚ ਦੇ ਵਿੱਚ ਟਿਕ ਜਾ ਕੇ ਆਓ ਮਿਲ ਕੇ ਸਿਮਰਨ ਰੂਪ ਵਿੱਚ ਮੂਲ ਮੰਤਰ ਜਪਾਂਗੇ, ਫਿਰ ਅੱਗੇ ਟੁਰਾਂਗੇ। ਮੁਸਕਰਾਨਾ, ਕਿਉਂਕਿ ਅਸੀਂ ਅਕਾਲ ਪੁਰਖ ਨੂੰ ਮਿਲ ਰਹੇ ਹਾਂ ਮਨ ਵਿੱਚ ਮੈਂ ਤੇ ਅਕਾਲ ਪੁਰਖ ਮਿਲ ਰਹੇ ਹਾਂ। ਇਹ ਬੜੀ ਖੁਸ਼ੀ ਦੀ ਗੱਲ ਹੈ। ਇਸ ਵਾਸਤੇ ਥੋੜਾ ਸਮਾਈਲ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਗੁਰ ਪ੍ਰਸਾਦ। ਉਸ ਦੀ ਕਿਰਪਾ ਦੇ ਨਾਲ ਅਸੀਂ ਸਾਰਾ ਕੁਝ ਕਰ ਰਹੇ ਹਾਂ ਤੇ ਉਸ ਦੀ ਕਿਰਪਾ ਦੇ ਨਾਲ ਅੱਜ ਆਪਾਂ ਮਿਲ ਰਹੇ ਹਾਂ ਇਸ ਖੂਬਸੂਰਤ ਕਾਰਿਕ੍ਰਮ ਵਿੱਚ, ਇਸ ਖੂਬਸੂਰਤ ਕਸ਼ਣ ਦੇ ਵਿੱਚ ਜੋ ਅਸੀਂ ਜਪਜੀ ਸਾਹਿਬ ਦਾ ਪਹਿਲੀ ਪੌੜੀ ਦੀ ਵਿਆਖਿਆ ਵਿੱਚ ਅਸੀਂ ਚੱਲ ਰਹੇ ਹਾਂ। ਅਸੀਂ ਕਰ ਚੁੱਕੇ ਹਾਂ ਸੋਚੇ ਸੋਚ ਨਾ ਹੋਵੇ ਜੀ ਸੋਚੀ ਲਖਵਾਰ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਫਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰਿਆ ਪਾਰ। ਤੇ ਹੁਣ ਅਸੀਂ ਅਗਾਂਹ ਟੁਰਾਂਗੇ। ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। All the knowledge, cleverness, thought will only increase ego, our real fault. ਮਤਲਬ ਇਹ ਜੋ ਸਾਡੇ ਵਿੱਚ ਕਲੈਵਰਨੈਸ, ਜੋ ਅਸੀਂ ਸਮਝਦੇ ਹਾਂ ਅਸੀਂ ਸਿਆਣੇ ਹਾਂ, ਚੰਗੇ ਹਾਂ, ਇਹ ਸਾਡੇ ਈਗੋ ਨੂੰ ਵਧਾਉਂਦੀ ਹੈ। Thought can at best point to the truth, but it never is the truth. The finger pointing to the moon is not the moon. Ego is a master of selective perception and distorted interpretation. Just like the belief that only I know I'm right will simply blind us to the light, the real insight. ਇੱਥੇ ਬਹੁਤ ਗਹਿਰੀ ਗੱਲ ਕੀਤੀ ਗਈ ਹੈ।
ਅਸੀਂ ਆਪਣੇ ਆਪ ਨੂੰ ਜਦ ਸਿਆਣਾ ਸਮਝਦੇ ਹਾਂ, ਸਿਆਣਪਾ ਦੀ ਗੱਲ ਹੋ ਰਹੀ ਹੈ, ਜਿਹੜਾ ਅਸੀਂ ਕਹਿੰਦੇ ਹਾਂ ਕਿ ਸਿਆਣਾ ਹੋਣਾ ਚਾਹੀਦਾ ਹੈ ਅਤੇ ਵਿਜ਼ਡਮ ਜਾਂ ਨੌਲੇਜ ਕਿ ਪਰ ਗੁਰੂ ਕਹਿ ਰਹੇ ਨੇ ਕਿ ਸਹਿ ਸਿਆਣਪਾ ਲੱਖ ਹੋਏ, ਮਤਲਬ ਜਿੰਨਾ ਮਰਜ਼ੀ ਤੂੰ ਸਿਆਣਾ ਹੋਏ ਤਾਂ ਇੱਕ ਨਾ ਚੱਲੇ ਨਾਲ, ਉਹ ਵੀ ਤੇਰੇ ਨਾਲ ਨਹੀਂ ਜਾਏਗਾ, ਕਿਉਂਕਿ ਉਹ ਸਿਆਣਪ ਦੇ ਵਿੱਚ ਈਗੋ, ਹਉਮੈ, ਅਹੰਕਾਰ ਟਿਕੀ ਹੋਈ ਹੈ, ਛਿਪੀ ਹੋਈ ਹੈ। ਅਸੀਂ ਜਿਵੇਂ ਬੱਚਾ, ਅਸੀਂ ਇੱਥੇ ਐਗਜ਼ਾਮਪਲ ਦਿੱਤਾ ਗਿਆ ਕਿ ਫਿੰਗਰ ਪੁਆਇੰਟਿੰਗ ਟੂ ਦ ਮੂਨ। ਹੁਣ ਬੱਚਾ ਨੂੰ ਕਹਿੰਦੇ ਉਹ ਚੰਦਰਮਾ, ਉਹ ਚੰਦਰਮਾ, ਬੱਚਾ ਕੀ ਕਰਦਾ ਹੈ? ਉਂਗਲ ਨੂੰ ਵੇਂਦਾ, ਚੰਦਰਮਾ ਨੂੰ ਨਹੀਂ ਵੇਂਦਾ। ਜਦੋਂ ਛੋਟਾ ਬੱਚਾ ਹੁੰਦਾ ਉਹਨੂੰ ਨਹੀਂ ਪਤਾ ਕਿ ਅਸੀਂ ਕਿਸ ਨੂੰ ਪੁਆਇੰਟ ਕਰੇ। ਉਹ ਚੰਦਰਮਾ, ਉਹ ਚੰਦਰਮਾ, ਉਹ ਸਮਝੇਗਾ ਇਹੀਓ ਹੀ ਚੰਦਰਮਾ ਹੈ, ਚੰਦਰਮਾ ਇਹੀਓ ਹੈ। ਪਰ ਇਹ ਗਲਤ ਫਹਿਮੀ ਹੈ ਅਤੇ ਅਸੀਂ ਇਸੇ ਤਰ੍ਹਾਂ ਗਲਤ ਫਹਿਮੀ ਵਿੱਚ ਹਾਂ ਕਿ ਅਸੀਂ ਕਹਿ ਰਹੇ ਹਾਂ ਕਿ ਇਹ ਠੀਕ ਹੈ ਜਾਂ ਉਹ ਠੀਕ ਹੈ, ਪਰ ਕੀ ਇੰਟਰਪ੍ਰੀਟੇਸ਼ਨ ਹੈ ਨਾ, ਸਾਡੇ ਆਪਣੇ ਸਾਰੇ ਪਰਸਪੈਕਟਿਵਸ ਹੈ, ਆਪਣੇ ਆਪਣੇ ਮਤ ਤੋਂ, ਆਪਣੇ ਆਪਣੇ ਮਨ ਤੋਂ ਅਸੀਂ ਸਮਝ ਰਹੇ ਹਾਂ, ਆਪਣੇ ਆਪਣੇ ਪਰਸਪੈਕਟਿਵ ਤੋਂ ਅਸੀਂ ਦੱਸ ਰਹੇ ਹਾਂ, ਆਪਣੇ ਆਪਣੇ ਐਕਸਪੀਰੀਅੰਸ ਤੋਂ ਅਸੀਂ ਦੱਸ ਰਹੇ ਹਾਂ। ਕੋਈ ਸਾਡੇ ਵਰਗਾ ਐਕਸਪੀਰੀਅੰਸ ਨਹੀਂ ਕਰ ਰਿਹਾ, ਇਹਦਾ ਮਤਲਬ ਨਹੀਂ ਕਿ ਉਹ ਗਲਤ ਹੈ, ਉਸ ਦੀ ਐਕਸਪੀਰੀਅੰਸ ਗਲਤ ਹੈ, ਉਸ ਦੀ ਐਕਸਪੀਰੀਅੰਸ ਅਲੱਗ ਹੈ। ਗਲਤ ਸਹੀ ਕੀ ਹੈ, ਇਹ ਬਲੈਕ ਐਂਡ ਵਾਈਟ ਨਹੀਂ ਹੈ। ਹਾਂ, ਜੇ ਅਸੀਂ ਕੁਝ ਕਰਦੇ ਹਾਂ ਅਤੇ ਸਾਡੇ ਮਨ ਨੂੰ ਅਸ਼ਾਂਤੀ ਹੁੰਦੀ ਅਤੇ ਕਿਸੇ ਦੇ ਮਨ ਨੂੰ ਅਸ਼ਾਂਤੀ ਅਸੀਂ ਕਰ ਦਿੰਦੇ ਹਾਂ, ਫਿਰ ਤਾਂ ਉਹ ਗੱਲ ਆਟੋਮੈਟਿਕਲੀ ਸਮਝ ਜਾਂਦਾ ਕਿ ਕਰਮ ਦੇ ਖਾਤਾ ਦੇ ਵਿੱਚ ਨੈਗੇਟਿਵ ਚੱਲ ਰਿਹਾ। ਕਰਮ ਦਾ ਅਸੀਂ ਧਿਆਨ ਰੱਖਣਾ ਹੈ, ਕਰਮ ਦੇ ਖਾਤਾ ਵਿੱਚ ਇਹ ਕਿਵੇਂ ਗੱਲ ਟਿਕੇਗੀ। ਜਦ ਅਸੀਂ ਇਹ ਸਮਝਾਂਗੇ ਫਿਰ ਅਸੀਂ ਸਹੀ ਸਿਆਣਪ ਵੱਲ ਟੁਰਾਂਗੇ। ਇਸ ਤਰ੍ਹਾਂ ਇੱਥੇ ਗੁਰੂ ਨਾਨਕ ਦੇਵ ਜੀ ਦੱਸ ਰਹੇ ਨੇ ਕਿ ਸਾਡੇ ਜਿਹੜੇ ਤਰੀਕੇ ਨੇ ਰੱਬ ਨੂੰ ਸਮਝਣ ਦਾ, ਜਿਹੜਾ ਅਸੀਂ ਸਮਝਦੇ ਹਾਂ ਕਿ ਅਸੀਂ ਕਿਤਾਬਾਂ ਪੜ੍ਹੀਏ, ਜ਼ਿਆਦਾ ਸਿਆਣਾ ਹੋਈਏ, ਉਹ ਇਹ ਕਰੀਏ, ਇਹ ਇੱਥੇ ਇਹ ਗੱਲ ਨਹੀਂ ਹੈ। ਗੁਰੂ ਨਾਨਕ ਮਤਲਬ ਕਿ ਹਰ ਇੱਕ ਗੱਲ ਨੂੰ ਟੱਚ ਕਰਕੇ ਕਹਿ ਰਹੇ ਕਿ ਇਹ ਤਰੀਕਾ ਨਹੀਂ ਹੈ। ਜਿਸ ਤਰ੍ਹਾਂ ਅਸੀਂ ਆਖਿਆ ਸੀ, ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਮਤਲਬ ਜਿੰਨਾ ਵੀ ਤੁਸੀਂ ਇਸ਼ਨਾਨ ਕਰ ਲਓ, ਆਪਣੇ ਸਰੀਰ ਨੂੰ, ਆਪਣੇ ਮੁੱਖ ਨੂੰ ਧੋ ਲਓ ਪਾਣੀ ਦੇ ਨਾਲ, ਤੁਸੀਂ ਸਾਫ਼ ਨਹੀਂ ਹੋ ਸਕਦੇ। ਜਿੰਨਾ ਮਰਜੀ ਗੰਗਾ ਦੇ ਵਿੱਚ ਇਸ਼ਨਾਨ ਕਰੋ, ਸਿਰਫ ਗੰਗਾ ਦੇ ਵਿੱਚ ਨਹੀਂ, ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਜਾਂ ਕਿਸੇ ਵੀ ਸਰੋਵਰ ਵਿੱਚ ਅਸੀਂ ਇਸ਼ਨਾਨ ਕਰਕੇ ਸਮਝਦੇ ਕਿ ਸਾਡੇ ਪਾਪ ਧੁਲ ਜਾਏਗਾ, ਉਹ ਗੱਲ ਨਹੀਂ ਹੈ। ਮਨ ਦੀ ਅਵਸਥਾ ਦੀ ਗੱਲ ਹੈ। ਸਾਡੇ ਪਾਪ ਤੇ ਸਾਡੀ ਇਸ ਵਾਸਤੇ ਤੁਪਦੀ ਹੈ ਜੇ ਸਾਡੀ ਮਨ ਨਾਲ ਸਵੱਛ ਹੋ, ਮਨ ਇਕਾਗਰ ਹੋ, ਮਨ ਅਕਾਲ ਪੁਰਖ ਦੇ ਨਾਲ ਹੋ। ਜਿਵੇਂ ਕੋਈ ਹਰਿਮੰਦਰ ਸਾਹਿਬ ਦੀ ਸਰੋਵਰ ਵਿੱਚ ਡੁਬਕੀ ਪਾ ਰਹੇ, ਲੇਕਿਨ ਉਹ ਇਹੋ ਸੋਚ ਰਿਹਾ ਕਿ ਇਹ ਪਾਣੀ ਸਵੱਛ ਹੈ, ਸਾਫ਼ ਹੈ, ਮਤਲਬ ਬਹੁਤ ਹੋਲੀ ਹੈ, ਇਸ ਦੇ ਵਿੱਚ ਬਹੁਤ ਸ਼ਕਤੀ ਹੈ ਅਤੇ ਮੈਂ ਠੀਕ ਹੋਵਾਂਗਾ, ਇਹ ਗੱਲ ਨਹੀਂ। ਪਰ ਜੇ ਅਸੀਂ ਉਸ ਦੇ ਵਿੱਚ ਵਿਸ਼ਵਾਸ ਹੈ ਕਿ ਇੱਥੇ ਬਾਣੀ ਚੱਲ ਰਹੀ ਹੈ ਜਾਂ ਰਿਵਰ ਗੰਗਾ ਦੇ ਵਿੱਚ ਲੋਕ ਇੰਨਾ ਆਸ-ਪਾਸ ਸਾਰੇ ਬੈਠੇ ਨੇ, ਇੰਨਾ ਪੂਜਾ ਪਾਠ ਵਗੈਰਾ ਕਰ ਰਹੇ ਨੇ, ਅਤੇ ਮਤਲਬ ਕਿ ਉਸ ਅਕਾਲ ਪੁਰਖ ਨੂੰ ਯਾਦ ਕਰ ਰਹੇ। ਜਦੋਂ ਅਸੀਂ ਆਪਣੇ ਆਪ ਨੂੰ ਰੱਬ ਦੇ ਨਾਲ ਜੋੜਨੇ ਹਾਂ, ਵਿਸ਼ਵਾਸ ਜਿਹੜੀ ਗੱਲ ਹੈ, ਫੇਥ ਦੀ ਗੱਲ ਹੈ, ਉਹ ਮਤਲਬ ਕਿ ਅਕਾਲ ਪੁਰਖ ਦੇ ਨਾਲ ਦੀ ਗੱਲ ਹੈ। ਫੇਥ ਜਦੋਂ ਅਸੀਂ ਬੋਲਦੇ ਹਾਂ ਉਹਦੇ ਵਿੱਚ ਆਟੋਮੈਟਿਕਲੀ ਰੱਬ ਆ ਜਾਂਦੀ ਹੈ, ਅਤੇ ਅਸੀਂ ਜਦ ਉਹ ਫੇਥ ਦੀ ਗੱਲ ਕਰਨੇ ਹਾਂ ਫਿਰ ਉਸ ਦੇ ਵਿੱਚ ਸ਼ਕਤੀ ਹੁੰਦੀ, ਪਰ ਉਸ ਦੇ ਵਿੱਚ ਸ਼ਕਤੀ ਵੀ ਘੱਟ ਹੁੰਦੀ ਹੈ ਕਿਉਂਕਿ ਅਸੀਂ ਉਸਨੂੰ ਸਹੀ ਰੂਪ ਵਿੱਚ ਅਤੇ ਆਪਣੇ ਆਪ ਨੂੰ ਸਹੀ ਰੂਪ ਵਿੱਚ, ਕਿਉਂਕਿ ਅਸੀਂ ਹਮੇਸ਼ਾ ਆਪਣੇ ਆਪ ਨੂੰ ਸਰੀਰ ਹੀ ਸਮਝਦੇ ਹਾਂ। ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਸਰੀਰ ਸਮਝਾਂਗੇ ਉਹਨਾਂ ਚਿਰ ਅਸੀਂ ਪੂਰਾ ਲਾਭ ਨਹੀਂ ਲੈ ਪਾਵਾਂਗੇ ਉਸ ਦੇ ਮਿਲਣ ਦੇ ਨਾਲ, ਉਸ ਨੂੰ ਯਾਦ ਦੇ ਵਿੱਚ, ਉਸ ਦੀ ਸਿਮਰਨ ਕਰਨ ਦੇ ਵਿੱਚ ਅਸੀਂ ਪੂਰਾ ਲਾਭ ਨਹੀਂ ਲੈ ਪਾ ਰਹੇ। ਪੂਰਾ ਲਾਭ ਲੈਣ ਵਾਸਤੇ ਸਾਨੂੰ ਆਪਣੇ ਆਪ ਨੂੰ ਜੋਤੀ ਬਿੰਦੂ ਆਤਮਾ, ਜੋਤੀ ਬਿੰਦੂ ਪਰਮਾਤਮਾ ਸਮਝਣੀ ਪਏਗੀ। ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਅਸੀਂ
ਕਈ ਵਾਰੀ ਦੂਜਿਆਂ ਨੂੰ ਵੀ ਕਹਿ ਦਿੰਦੇ ਹਾਂ, ਤੂੰ ਇਸ ਤਰ੍ਹਾਂ ਨਾ ਕਰ, ਤੂੰ ਉਸ ਤਰ੍ਹਾਂ ਨਾ ਕਰ, ਇਹ ਠੀਕ ਹੈ, ਉਹ ਠੀਕ ਹੈ। ਰਾਏ ਦੇਣੀ ਚੰਗੀ ਗੱਲ ਹੈ, ਕਿਸੇ ਨੂੰ ਵੀ ਰਾਏ ਜ਼ਰੂਰ ਦੇਣੀ ਚਾਹੀਦੀ, ਪਰ ਉਸ 'ਤੇ ਠੋਕਣਾ ਨਹੀਂ ਹੈ। ਉਹ ਸਾਡੀ ਰਾਏ ਸੁਣੇ ਨਾ ਸੁਣੇ, ਉਹ ਉਹਨਾਂ ਦੀ ਮਰਜ਼ੀ। ਅਸੀਂ ਸਿਰਫ ਆਪਣਾ ਪਿਆਰ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਹਾਂ, ਕਿਉਂਕਿ ਸਵਾਸ ਸਵਾਸ ਸਿਮਰੋ ਗੋਬਿੰਦ, ਤਾਂ ਹਰ ਵਕਤ ਹਰ क्षण ਵਿੱਚ ਉਸ ਨੂੰ ਯਾਦ ਕਰਨੀ ਹੈ। ਅਤੇ ਇਸ ਵੇਲੇ ਵੀ ਅਸੀਂ ਬੋਲ ਰਹੇ ਹਾਂ ਅਤੇ ਮਨ ਵਿੱਚ ਜੋਤੀ ਬਿੰਦੂ ਦਾ ਤਸਵੀਰ ਟਿਕਾ ਲਿਆ, ਮਤਲਬ ਮੈਂ ਤਾਂ ਯੋਗ ਵਿੱਚ ਬੋਲ ਰਹੀ ਹਾਂ, ਸਿਮਰਨ ਵਿੱਚ ਬੋਲ ਰਹੀ ਹਾਂ। ਅਤੇ ਫਿਰ ਇਸੇ ਤਰ੍ਹਾਂ ਕਿਸੇ ਨੂੰ ਰਾਏ ਵੀ ਦੇਣਾ ਹੋਏ, ਪਰਮਾਤਮਾ ਨੂੰ ਕੋਲ ਰੱਖ ਕੇ ਰਾਏ ਦੇ ਸਕਦੇ ਹੋ। ਉਹ ਅੱਗਾ ਕਿਸ ਅਵਸਥਾ ਵਿੱਚ ਹੈ, ਕਿਸ ਤਰ੍ਹਾਂ ਲੈਣਾ, ਉਹ ਅਸੀਂ ਨਹੀਂ ਜਾਣ ਸਕਦੇ। ਅਸੀਂ ਆਪਣੇ ਸਿਲੈਕਟਿਵ ਇੰਟਰਪ੍ਰੀਟੇਸ਼ਨ ਜਾਂ ਪਰਸੈਪਸ਼ਨ ਤੋਂ ਦੂਜੇ ਦਾ ਇੰਟਰਪ੍ਰੇਟ ਨਹੀਂ ਕਰ ਸਕਦੇ, ਜੱਜ ਨਹੀਂ ਕਰ ਸਕਦੇ। ਅਲੱਗ ਅਲੱਗ ਅਸੀਂ ਸਿਆਣੇ ਹਾਂ। ਇੱਥੇ ਅਸੀਂ ਆਪਣੇ ਆਪ ਨੂੰ ਓਵਰ ਸਿਆਣਾ ਨਹੀਂ ਸਮਝ ਸਕਦੇ, ਓਵਰ ਸਮਾਰਟ ਨਹੀਂ ਸਮਝਦੇ। ਜਿਸ ਤਰ੍ਹਾਂ ਕੋਈ ਪੁੱਤਰ ਹੋਏ, ਬਹੁਤ ਤਰੱਕੀ ਕਰ ਰਿਹਾ ਹੈ ਆਪਣੀ ਕੰਮ ਦੇ ਵਿੱਚ, ਜੋਬ ਦੇ ਵਿੱਚ, ਉਹ ਹਾਈ ਮਤਲਬ ਟੈਕਨੋਲੋਜੀ ਵਿੱਚ ਜਾਂ ਇੰਟਰਨੈਟ, ਮਾਰਕੀਟਿੰਗ, ਔਨਲਾਈਨ, ਇਸ ਤਰ੍ਹਾਂ ਕਰਕੇ ਬਹੁਤ ਤਰੱਕੀ ਕਰ ਰਿਹਾ। ਪਰ ਘਰ ਦੇ ਵਿੱਚ ਦਾਦੀ ਜਾਂ ਮਾਂ ਕਿੰਨੀ ਪਿਆਰ ਨਾਲ ਮਤਲਬ ਗੁਰਬਾਣੀ ਵਿਚਾਰ ਵਿੱਚ ਜਾਂ ਆਪਣੀ ਚੰਗਿਆਈ ਵਿੱਚ ਜਾਂ ਖਾਣਾ ਬਣਾਉਣ ਵਿੱਚ ਆਪਣਾ ਮਨ ਦੇ ਨਾਲ, ਪਿਆਰ ਦੇ ਨਾਲ ਆਪਣੇ ਥਾਂ ਐਕਸਪਰਟ ਹੈ। ਅਤੇ ਉਹ ਇਹ ਨਹੀਂ ਸਮਝ ਸਕਦਾ ਪੁੱਤਰ ਕਿ ਮੈਂ ਮਾਂ ਨਾਲੋਂ ਸਿਆਣਾ ਵਾਂ, ਕਿਉਂਕਿ ਉਹ ਆਪਣੀ ਲਾਈਨ ਵਿੱਚ ਐਕਸਪਰਟ ਹੈ ਅਤੇ ਮਾਂ ਆਪਣੀ ਲਾਈਨ ਵਿੱਚ ਐਕਸਪਰਟ ਹੈ। ਅਤੇ ਇਸ ਦੀ ਕੋਈ ਕੰਪੈਰੀਜ਼ਨ ਨਹੀਂ ਹੋ ਸਕਦੀ। ਕੀ ਗੱਲ ਹੈ ਕਿ ਅੱਜ ਕੱਲ੍ਹ ਬੱਚੇ ਜਦੋਂ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਨੇ, ਡਾਕਟਰ ਡਿਗਰੀ, ਮਾਸਟਰ ਡਿਗਰੀ ਇਸ ਤਰ੍ਹਾਂ ਲੈ ਲੈਣ, ਅਤੇ ਮਾਂ ਪਿਓ ਦੇ ਕੋਲ ਤਾਂ ਇੰਨਾ ਡਿਗਰੀ ਨਹੀਂ ਹੈ। ਉਸ ਜ਼ਮਾਨੇ ਵਿੱਚ ਕਿੰਨਾ ਕੁ ਅਸੀਂ ਪੜ੍ਹਦੇ ਸਾਂ, ਅਤੇ ਸਾਡੇ ਮਾਂ ਪਿਓ ਸਾਡੇ ਨਾਲੋਂ ਵੀ ਘੱਟ ਪੜ੍ਹੇ ਲਿਖੇ ਨੇ। ਅਤੇ ਇਹਦਾ ਮਤਲਬ ਨਹੀਂ ਕਿ ਉਹ ਸਿਆਣੇ ਨਹੀਂ। ਸਿਆਣਪ ਦੀ ਗੱਲ ਇੱਥੇ ਗੁਰੂ ਤਾਂ ਕਹਿ ਰਹੇ ਨੇ ਕਿ ਸਹਿ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲਣੇ ਨਾਲ। ਉਹ ਅਸੀਂ ਸਮਝਦੇ ਹਾਂ ਦੁਨਿਆਵੀ ਸਿਆਣਪ ਗੁਰਮਤਿ ਸਿਆਣਪ ਨਹੀਂ ਹੈਗਾ। ਗੁਰਮਤਿ ਦੀ ਗੱਲ ਅਲੱਗ ਹੈ ਅਤੇ ਦੁਨਿਆਵੀ ਸਿਆਣਪ ਅਤੇ ਦੁਨਿਆਵੀ ਪੜ੍ਹਾਈ ਅਲੱਗ ਹੈ। ਇਸ ਵਾਸਤੇ ਆਪਣੇ ਵੱਡਿਆਂ ਨੂੰ, ਆਪਣੇ ਬਜ਼ੁਰਗ ਨੂੰ ਹਮੇਸ਼ਾ ਇੱਜ਼ਤ ਦੇ ਨਾਲ, ਪਿਆਰ ਦੇ ਨਾਲ ਰਿਸ਼ਤਾ ਨਿਭਾਉਣੀ ਹੈ, ਪਿਆਰ ਕਰਨੀ ਹੈ। ਕਦੀ ਵੀ ਨਹੀਂ ਸਮਝਣਾ ਕਿ ਉਹਨਾਂ ਨੂੰ ਕੁਛ ਨਹੀਂ ਪਤਾ, ਇਹ ਗੱਲ ਨਹੀਂ ਹੈਗਾ। ਉਹਨਾਂ ਨੇ ਵੀ ਜ਼ਿੰਦਗੀ ਜੀ ਲਏ ਨੇ, ਅਤੇ ਉਹਨਾਂ ਨੇ ਬਲਕਿ ਉਹਨਾਂ ਕੋਲ ਐਕਸਪੀਰੀਅੰਸ ਜ਼ਿਆਦਾ ਹੈ, ਔਰ ਉਹਨਾਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ। ਅਸੀਂ ਅਮਲ ਕਰੇ ਨਾ ਕਰੇ, ਆਪਣੇ ਆਪ ਨੂੰ ਕਦੀ ਵੀ ਇੰਨਾ ਸਿਆਣਪ ਨਹੀਂ ਸਮਝਣਾ ਚਾਹੀਦਾ ਕਿ ਅਸੀਂ ਕਿਸੇ ਦਾ ਰਾਏ ਜਾਂ ਕਿਸੇ ਦੇ ਐਕਸਪੀਰੀਅੰਸ ਨੂੰ ਸੁਣਨ ਨੂੰ ਤਿਆਰ ਹੀ ਨਾ ਹੋਵੇ। ਆਪਣੇ ਆਪਣੇ ਥਾਂ, ਆਪਣੇ ਆਪਣੇ ਲਾਈਨ, ਆਪਣੇ ਆਪਣੇ ਫੀਲਡ ਵਿੱਚ ਅਸੀਂ ਸਾਰੇ ਐਕਸਪਰਟਸ ਅਲੱਗ ਅਲੱਗ ਆ। ਹੁਣ ਅਸੀਂ ਬ੍ਰਹਮਾ ਕੁਮਾਰੀਜ਼ ਵਿੱਚ ਦਾਦੀ ਜਾਨਕੀ ਨੂੰ ਦੇਖੀਏ। ਦਾਦੀ ਜਾਨਕੀ ਜਾਂ ਦਾਦੀ ਗੁਲਜ਼ਾਰ ਜਾਂ ਪਿੱਛੇ ਜਿਹੜੇ ਸਾਡੇ ਦਾਦੀ ਪ੍ਰਕਾਸ਼ ਮਨੀ ਸਨ, ਇਹ ਸਾਰੇ ਕਿੰਨੇ ਕੁ ਪੜ੍ਹੇ ਸਨ, ਪਰ ਇਹਨਾਂ ਦੀ ਸਿਆਣਪ ਦੇਖੋ, ਇਹਨਾਂ ਦੀ ਵਿਜ਼ਡਮ ਦੇਖੋ। ਉਹ ਤਾਂ ਦੁਨਿਆਵੀ ਦੀ ਸਭ ਤੋਂ ਮਹਾਨ, ਕੋਈ ਕਿਸੇ ਕੋ ਵੀ ਲਿਆਓ, ਤਾਂ ਪੜ੍ਹੇ ਲਿਖੇ ਇਨਸਾਨ ਨੂੰ ਵੀ ਲਿਆਓ, ਤਾਂ ਵੀ ਅਸੀਂ ਕੰਪੇਅਰ ਹੀ ਨਹੀਂ ਕਰ ਸਕਦੇ। ਕਿਉਂਕਿ ਹੁਣ ਤਾਂ ਮਤਲਬ ਇੱਕ ਸਾਇੰਟੀਫਿਕ ਇਕੁਇਪਮੈਂਟਸ ਨੇ ਵੀ ਟੈਸਟ ਕੀਤਾ ਹੈ ਕਿ ਦਾਦੀ ਜਾਨਕੀ ਦਾ ਸਟੇਟ ਆਫ ਮਾਈਂਡ ਇਜ਼ ਵਨ ਆਫ ਦ ਮੋਸਟ ਸਟੇਬਲ ਸਟੇਟ ਆਫ ਮਾਈਂਡ ਇਨ ਦ ਵਰਲਡ। ਉਹ ਕਿਵੇਂ, ਉਹ ਕਿੱਥੋਂ ਪੜ੍ਹੇ ਨੇ, ਕੀ ਕਰਦੇ ਪਏ ਨੇ, ਉਹਨਾਂ ਦੀ ਜ਼ਿੰਦਗੀ ਨੂੰ ਵੇਖਣਾ ਚਾਹੀਦਾ। ਅਸੀਂ ਕਿਸੇ ਨੂੰ ਰੋਲ ਮਾਡਲ ਬਣਾਉਣਾ ਹੋਏ ਅਤੇ ਸਿਰਫ ਇਹ ਨਹੀਂ ਕਹਿਣਾ ਕਿ ਉਹ ਮੇਰਾ ਰੋਲ ਮਾਡਲ ਹੈ। ਉਹਦੇ ਵਰਗਾ ਬਣਨ ਦੀ ਕੋਸ਼ਿਸ਼, ਉਹ ਕੀ ਕਰਦੇ ਨੇ, ਉਹ ਕੀ ਪੜ੍ਹਦੇ ਨੇ, ਉਹ ਕਿਸ ਤਰ੍ਹਾਂ ਰਹਿੰਦੇ ਨੇ, ਉਹ ਕੀ ਖਾਂਦੇ ਨੇ, ਉਹਨਾਂ ਵਰਗਾ ਅਸੀਂ ਚੱਲਾਂਗੇ, ਫਿਰ ਅਸੀਂ ਉਹਨਾਂ ਵਰਗਾ ਬਣਾਂਗੇ। ਜੇ ਅਸੀਂ ਦਾਦੀ ਜਾਨਕੀ ਨੂੰ ਦੇਖਿਆ ਹੈ ਕਿ ਉਹ ਮੋਸਟ ਸਟੇਬਲ ਮਾਈਂਡ ਇਨ ਦ ਵਰਲਡ ਹੈ, ਫਿਰ ਉਹ ਕੀ ਕਰਦੇ ਨੇ, ਉਹਨਾਂ ਦਾ ਵੇ ਆਫ ਲਿਵਿੰਗ, ਆਰਟ ਆਫ ਲਿਵਿੰਗ, ਲਾਈਫ ਸਟਾਈਲ ਕਿਵੇਂ ਹੈ, ਉਹਨਾਂ ਨੂੰ ਅਸੀਂ ਕਾਪੀ ਕਰੀਏ, ਫਿਰ ਅਸੀਂ ਸਿਆਣਪ ਬਣ ਸਕਦੇ ਹਾਂ। ਉਹ ਅਸਲੀ ਸਿਆਣਪ, ਇਹ ਝੂਠੀ ਸਿਆਣਪ ਨਹੀਂ ਜਿਹੜੀ ਕਿਤਾਬਾਂ ਤੋਂ ਮਿਲਦੀ ਹੈ, ਡਿਗਰੀ ਪੇਪਰ ਨਾਲ ਮਿਲਦੀ ਹੈ, ਉਹ ਗੱਲ ਨਹੀਂ। ਜਿਵੇਂ ਹੁਣ ਅਸੀਂ ਗੁਰੂ ਨਾਨਕ ਨੂੰ ਆਪਣਾ ਰੋਲ ਮਾਡਲ ਬਣਾਉਂਦੇ ਹਾਂ, ਸਾਰੇ ਕਹਿੰਦੇ ਹੈ ਅਸੀਂ ਗੁਰੂ ਨਾਨਕ ਵਰਗਾ ਬਣਨਾ ਹੈ, ਗੁਰੂ ਨਾਨਕ ਨੂੰ
ਦੇ ਗੱਲਾਂ ਨੂੰ ਅਸੀਂ ਸਮਝਨੇ ਤੇ ਉਸ 'ਤੇ ਅਮਲ ਕਰਨਾ। ਪਰ ਅਸੀਂ ਗੁਰੂ ਨਾਨਕ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ, ਉਸ ਨੂੰ ਅਮਲ ਕਰਨ ਦੀ ਕੋਸ਼ਿਸ਼ ਕਰ ਰਹੇ, ਲੇਕਿਨ ਅਸੀਂ ਗੁਰੂ ਨਾਨਕ ਵਰਗਾ ਜ਼ਿੰਦਗੀ ਨਹੀਂ ਜੀ ਰਹੇ। ਅਤੇ ਫਿਰ ਕਿਵੇਂ ਉਹਦੀ ਸਿਆਣਪ ਜਾਂ ਉਹਨਾਂ ਦੀ ਗੱਲ ਮਨ ਵਿੱਚ, ਸਾਡੇ ਮਨ ਦੀ ਅਵਸਥਾ ਕਿਵੇਂ ਉਹਨਾਂ ਵਰਗਾ ਬਣੇਗਾ? ਕਿਸ ਤਰ੍ਹਾਂ ਗੁਰੂ ਨਾਨਕ ਕੱਪੜੇ ਪਾਉਂਦੇ ਸਨ, ਕਿਸ ਤਰ੍ਹਾਂ ਰਹਿੰਦੇ ਸਨ, ਕੀ ਖਾਂਦੇ ਸਨ, ਉਹਨਾਂ ਦਾ ਡੇਲੀ ਰੂਟੀਨ ਕੀ ਸੀ, ਸਵੇਰੇ ਕਿੰਨੇ ਵਜੇ ਉੱਠਦੇ ਸਨ, ਰੱਬ ਨੂੰ ਕਿਵੇਂ ਯਾਦ ਕਰਦੇ ਸਨ, ਰੱਬ ਨੂੰ ਕਿੰਨੀ ਵਾਰੀ ਯਾਦ ਕਰਦੇ ਸਨ, ਬੈਂਕ ਵਿੱਚ ਕਿੰਨਾ ਪੈਸਾ ਜਮ੍ਹਾਂ ਕੀਤਾ, ਕਿਤਾਬਾਂ ਵਿੱਚ ਕਿੰਨਾ ਉਹਨਾਂ ਨੇ ਟਾਈਮ ਦਿੱਤਾ। ਇਹ ਸਾਰੀਆਂ ਗੱਲਾਂ ਸੁਣ ਕੇ ਆਪਣੇ ਆਪ ਨੂੰ ਅਸੀਂ ਸਵਾਲ ਪੁੱਛਣਾ ਹੈ, ਕੀ ਅਸੀਂ ਗੁਰੂ ਨਾਨਕ ਵਰਗਾ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ? ਕੀ ਅਸੀਂ ਦਾਦੀ ਜਾਨਕੀ ਵਰਗਾ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ? ਉਹਨਾਂ ਵਰਗਾ ਜੀ ਰਹੇ ਹਾਂ? ਜਿਸ ਵੇਲੇ ਉਹ ਉੱਠਦੇ ਨੇ ਅਸੀਂ ਉਸ ਵੇਲੇ ਉੱਠਦੇ ਹਾਂ? ਅਤੇ ਜੇ ਅਸੀਂ ਉਸ ਤਰ੍ਹਾਂ ਕਰਾਂਗੇ ਜਿਸ ਤਰ੍ਹਾਂ ਇਹ ਮਹਾਨ ਆਤਮਾਏ ਕਰਦੇ ਨੇ, ਅਤੇ ਜ਼ਰੂਰ ਅਸੀਂ ਵੀ ਉਹਨਾਂ ਵਰਗਾ ਬਣ ਜਾਵਾਂਗੇ। ਅਤੇ ਉਹ ਨਾਮ ਦੇ ਵਿੱਚ ਲੀਨ ਸਨ, ਉਹ ਰੱਬ ਦੇ ਨਾਲ ਜੁੜੇ ਸਨ ਅਤੇ ਟਾਈਮ ਦਿੱਤਾ। ਅਸੀਂ ਇਹ ਨਹੀਂ ਕਹਿ ਸਕਦੇ ਰੱਬ ਦੇ ਨਾਲ ਅਸੀਂ ਮਨ ਵਿੱਚ ਜੁੜੇ ਹਾਂ। ਇਹ ਗੱਲ ਹੋ ਸਕਦੀ ਹੈ ਪਰ ਇਸ ਵੇਲੇ ਨਹੀਂ ਹੋ ਰਿਹਾ। ਉਹ ਤਾਂ ਹਰ ਕਸ਼ਣ ਵਿੱਚ ਵੀ ਰੱਬ ਨਾਲ ਜੁੜੇ ਸਨ, ਤਦ ਵੀ ਅੰਮ੍ਰਿਤ ਵੇਲਾ ਉੱਠਦੇ ਸਨ, ਤਦ ਵੀ ਗੁਰਬਾਣੀ ਪੜ੍ਹਦੇ ਸਨ ਜਾਂ ਮੁਰਲੀ ਪੜ੍ਹਦੇ ਨੇ, ਮਤਲਬ ਰੱਬੀ ਬਾਣੀ ਪੜ੍ਹਦੇ ਨੇ। ਉਹ ਕਦੇ ਆਪਣੇ ਆਪ ਨੂੰ ਸਿਆਣਪ ਨਹੀਂ, ਇੰਨਾ ਸਿਆਣਾ ਨਹੀਂ ਸਮਝਦੇ ਸਨ ਕਿ ਕਿਸੇ ਹੋਰ ਦੀ ਗੱਲ ਹੀ ਨਹੀਂ ਸੁਣਨੀ, ਬਲਕਿ ਪਿਆਰ ਦੇ ਨਾਲ ਸਾਰੇ ਦੀ ਗੱਲ ਸੁਣਦੇ ਨੇ। ਮੈਂ ਕਈ ਵਾਰੀ ਦਾਦੀ ਗੁਲਜ਼ਾਰ ਨੂੰ ਵੇਖਦੀ ਹਾਂ, ਸਾਡੇ ਬ੍ਰਹਮਾ ਕੁਮਾਰੀ ਦੇ ਸੀਨੀਅਰ, ਸਾਰੇ ਉਹਨਾਂ ਦੇ ਆਸ ਪਾਸ ਉਹਨਾਂ ਨੂੰ ਕਹਿੰਦੇ ਤੁਸੀਂ ਇਹ ਕਰੋ, ਤੁਸੀਂ ਇੰਝ ਬੈਠੋ, ਤੁਸੀਂ ਉਹ ਕਰੋ, ਤੁਸੀਂ ਇਹ ਕਰੋ। ਉਹਨਾਂ ਦੀ ਮਨ ਦੀ ਅਵਸਥਾ ਇੰਨੀ ਉੱਚੀ ਹੈ, ਫਿਰ ਵੀ ਉਹ ਸਾਰੇ ਦੀ ਕਹਿਣਾ ਮੰਨਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਉਸ ਵੇਲੇ ਦੂਜਿਆਂ ਦੀ ਕਹਿਣਾ ਉਹਨਾਂ ਵਾਸਤੇ ਚੰਗਾ ਹੈ। ਅਤੇ ਇਸ ਵਾਸਤੇ ਅਸੀਂ ਵੀ ਆਪਣੇ ਬਜ਼ੁਰਗਾਂ, ਭੈਣ ਭਰਾਵਾਂ ਅਤੇ ਆਪਣੇ ਐਲਡਰਸ ਨੂੰ ਰਿਸਪੈਕਟ ਕਰਨਾ ਹੈ, ਉਹਨਾਂ ਦੀ ਕਹਿਣਾ ਮੰਨਣਾ, ਆਪਣੇ ਆਪ ਨੂੰ ਇੰਨਾ ਸਿਆਣਾ ਨਹੀਂ ਸਮਝਣਾ ਕਿ ਅਸੀਂ ਸਿਆਣਪ ਵਿੱਚ ਫਸ ਜਾਈਏ, ਈਗੋ ਹਉਮੈ ਆ ਜਾਏ। ਇੱਥੇ ਹਉਮੈ ਦੀ ਬੜੀ ਵੱਡੀ ਗੱਲ ਹੈ, ਕਿਉਂਕਿ ਸਿਆਣਪ ਦੇ ਨਾਲ ਹਉਮੈ ਆਉਂਦੀ ਹੈ। ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਹ ਹਉਮੈ ਵਾਲੀ ਸਿਆਣਪ ਨਹੀਂ ਜਾਏਗੀ ਸਾਡੇ ਨਾਲ। ਪਰਮਾਤਮਾ ਦੇ ਨਾਲ ਲਵਲੀਨ ਹੋ ਕੇ ਉਹ ਸਿਆਣਪ ਜ਼ਰੂਰ ਜਾਏਗੀ ਸਾਡੇ ਨਾਲ। ਅਸਲੀ ਵਿਜ਼ਡਮ, ਅਸਲੀ ਸਿਆਣਪ ਤੇ ਉਹ ਹੈ ਜੇ ਅਸੀਂ ਸਾਸ ਸਾਸ ਸਿਮਰੋ ਗੋਬਿੰਦ ਕਰੀਏ, ਮਨ ਦੇ ਵਿੱਚ ਅਸੀਂ ਅਕਾਲ ਪੁਰਖ ਨੂੰ ਰੱਖੀਏ ਅਤੇ ਆਪਣੇ ਮਹਾਂਪੁਰਖਾਂ ਵਰਗਾ, ਦਾਦੀ ਜਾਨਕੀ ਵਰਗਾ, ਗੁਰੂ ਨਾਨਕ ਵਰਗਾ, ਜੀਸਸ ਵਰਗਾ, ਬੁੱਧਾ ਵਰਗਾ ਅਸੀਂ ਵੀ ਬਣੀਏ, ਉਹਨਾਂ ਨੂੰ ਰੋਲ ਮਾਡਲ ਵੇਖੀਏ ਅਤੇ ਅਸੀਂ ਵੀ ਫਿਰ ਅਸਲੀ ਸਿਆਣਪ ਬਣਾਂਗੇ ਅਤੇ ਨਾਲ ਉਹ ਜਾਏਗੀ। ਆਪ ਜੀ ਦੇ ਨਾਲ ਫਿਰ ਇੱਕ ਵਾਰੀ ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਆਪ ਜੀ ਦੇ ਨਾਲ ਇਸ ਤਰ੍ਹਾਂ ਮੈਂ ਵਿਚਾਰ ਕਰ ਰਹੀ, ਮੇਰੇ ਵਾਸਤੇ ਵੀ ਤਰੱਕੀ ਹੈ, ਮੈਨੂੰ ਮੌਕਾ ਮਿਲ ਰਿਹਾ ਆਪਣੇ ਆਪ ਨੂੰ ਖੋਜਣ ਦੀ, ਸਮਝਣ ਦੀ। ਅਤੇ ਆਪ ਜੀ ਦੇ ਨਾਲ ਸਿਮਰਨ ਰੂਪ ਵਿੱਚ ਅਸੀਂ ਜਪਜੀ ਸਾਹਿਬ ਦਾ ਸਿਮਰਨ 'ਤੇ ਪ੍ਰਚਾਰ ਕਰ ਰਹੇ ਹਾਂ, ਵਿਚਾਰ ਕਰ ਰਹੇ ਹਾਂ। ਥੈਂਕ ਯੂ ਜੀ। ਫਿਰ ਮਿਲਾਂਗੇ ਇੱਕ ਓਂਕਾਰ, ਇੱਕ ਪਰਮਾਤਮਾ ਦੀ ਅਗਲੀ ਕੜੀ ਵਿੱਚ। ਓਮ ਸ਼ਾਂਤੀ, ਸਤਿ ਸ੍ਰੀ ਅਕਾਲ।